ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਸਤਿਗੁਰੂ ਕਲਾਸਿਸ ਦੇ ਆਨਲਾਈਨ ਪਲੇਟਫਾਰਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟਸ, ਅੱਜ ਆਪਾਂ ਰੀਜ਼ਨਿੰਗ ਦਾ ਪ੍ਰੈਕਟਿਸ ਸੈੱਟ 4 ਡਿਸਕਸ ਕਰਨਾ ਹੈ। ਇਸ ਤੋਂ ਪਹਿਲਾਂ ਮੈਂ ਤੁਹਾਨੂੰ 3 ਪ੍ਰੈਕਟਿਸ ਸੈੱਟ ਜਿਹੜੇ ਆ ਡਿਸਕਸ ਉਹ ਕਰਾ ਚੁੱਕਾ। ਅਗਰ ਤੁਸੀਂ ਉਹ 3 ਪ੍ਰੈਕਟਿਸ ਸੈੱਟ ਦੀ ਪ੍ਰੈਕਟਿਸ ਕਰਨੀ ਹੋਵੇ ਤਾਂ ਉਹ ਰੀਜ਼ਨਿੰਗ ਦੇ ਜਿਹੜੇ ਪ੍ਰੈਕਟਿਸ ਸੈੱਟ ਉਹ ਡਿਸਕ੍ਰਿਪਸ਼ਨ ਲਿੰਕ ਦੇ ਵਿੱਚ ਹੈ, ਤੁਸੀਂ ਉੱਥੇ ਜਾ ਕੇ ਇਹਨਾਂ ਦੀ ਪ੍ਰੈਕਟਿਸ ਕਰ ਸਕਦੇ ਹੋ। ਅੱਜ ਦਾ ਜੋ ਪ੍ਰੈਕਟਿਸ ਸੈੱਟ ਹੈ ਥੋੜ੍ਹਾ ਜਿਹਾ ਲੈਵਲ ਮੈਂ ਜ਼ਿਆਦਾ ਰੱਖਿਆ। ਰੀਜ਼ਨ ਇਹ ਹੈ ਕਿ ਇਸ ਲੋਕਡਾਊਨ ਦੇ ਵਿੱਚ ਨਾ ਆਪਾਂ ਆਪਣੀ ਨੌਲੇਜ ਨੂੰ, ਆਪਾਂ ਆਪਣੀ ਕੈਪੇਬਿਲਿਟੀ ਨੂੰ ਔਰ ਆਪਾਂ ਆਪਣੀ ਪ੍ਰੈਕਟਿਸ ਨੂੰ ਚੈੱਕ ਕਰਨਾ ਹੈ ਕਿ ਆਪਾਂ ਕਿੱਥੇ ਜੇ ਸਟੈਂਡ ਕਰਦੇ ਹਾਂ। ਠੀਕ ਹੈ, ਤਾਂ ਇਹ ਲੈਵਲ ਹੈ ਜਿਹੜਾ ਇਹ ਮੋਡਰੇਟ ਜਿਹਾ ਲੈਵਲ ਹੈ। ਆਪਾਂ ਅਪ ਐਂਡ ਡਾਊਨਸ ਕਰਦੇ ਰਹਾਂਗੇ ਤਾਂ ਕਿ ਜਿਹੜਾ ਤੁਹਾਡਾ ਟੌਪਿਕ ਦੇ ਵਿੱਚ ਰੀਜ਼ਨਿੰਗ ਦੀ ਪ੍ਰੈਕਟਿਸ ਸੈੱਟ ਦੇ ਵਿੱਚ ਵੱਧ ਤੋਂ ਵੱਧ ਇੰਟਰਸਟ ਬਣੇ। ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ, ਬਿਕੋਜ਼ ਸਮਟਾਈਮਸ ਕਈ ਬੱਚੇ ਚਾਹੁੰਦੇ ਹੁੰਦੇ ਕਿ ਸਾਨੂੰ ਜਿਹੜਾ ਸਟੱਡੀ ਮਟੀਰੀਅਲ ਮਿਲੇ ਲੇਕਿਨ ਉਹਨਾਂ ਨੂੰ ਮਿਲ ਨਹੀਂ ਪਾਉਂਦਾ। ਤਾਂ ਸਾਡਾ ਇੱਕ ਛੋਟਾ ਜਿਹਾ ਐਫਰਟ ਹੈ ਕਿ ਇਸ ਲੋਕਡਾਊਨ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਹੈ ਜਿਹੜੀ ਉਹ ਪ੍ਰੈਕਟਿਸ ਕਰ ਸਕੋ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ ਅਗੇਨ ਪੁਰਾਣਾ ਸਾਰਾ ਸਿਸਟਮ ਆਪਣਾ ਚੱਲੇਗਾ। ਹਰ ਕੁਐਸਚਨ ਲਈ ਇੰਡੀਵਿਜੂਅਲ ਮੈਂ ਤੁਹਾਨੂੰ 1 ਮਿੰਟ 2 ਮਿੰਟ ਜਾਂ 3 ਮਿੰਟ ਦਾ ਟਾਈਮ ਦਊਂਗਾ। ਤਾਂ ਜੋ ਫਸਟ ਕੁਐਸਚਨ ਹੈ ਕਰੋ ਜੀ ਸ਼ੁਰੂ। ਹਾਂਜੀ ਗਾਇਸ, ਤੁਹਾਡਾ ਟਾਈਮ ਕੰਪਲੀਟ ਹੁੰਦਾ ਹੈ। ਫਸਟ ਕੁਐਸਚਨ ਸੈਲੋਗ ਦਾ ਹੈ। ਸੈਲੋਗ ਦੇ ਵਿੱਚ ਆਪਣੇ ਕੋਲ ਇੱਕ ਸਟੇਟਮੈਂਟ ਦਿੱਤੀ ਹੋਈ ਹੈ, ਮੈਂ ਉਸ ਨੂੰ ਡਰਾਅ ਕਰਨਾ ਸ਼ੁਰੂ ਕਰਦਾ। ਸਮ ਬॉयਜ਼ ਆਰ ਵੂਮਨ, ਸਮ ਬॉयਜ਼ ਆਰ ਵੂਮਨ, then all kids are women, all kids are women। ਕਹਿੰਦਾ ਸਾਰੇ ਕਿਡਸ ਕੀ ਹੈ, ਵੂਮੈਨ ਹੈ। ਠੀਕ ਹੈ, ਉਸ ਤੋਂ ਬਾਅਦ ਨੇ ਕਿਹਾ ਓਨਲੀ ਏ ਫਿਊ ਕਿਡਸ ਆਰ ਮੈਨ। ਇੱਕ ਗੱਲ ਦਾ ਧਿਆਨ ਰੱਖਿਓ, ਏ ਫਿਊ ਮਤਲਬ ਸਮ ਹੀ ਹੁੰਦਾ। ਓਨਲੀ ਏ ਫਿਊ ਕਿਡਸ ਆਰ ਮੈਨ, ਓਨਲੀ ਏ ਫਿਊ ਕਿਡਸ ਆਰ ਮੈਨ। ਇਹਦਾ ਆਪਾਂ ਡਾਇਗਰਾਮ ਕੁਛ ਇਸ ਤਰੀਕੇ ਨਾਲ ਬਣਾਵਾਂਗੇ, ਕਿਉਂਕਿ ਜਦੋਂ ਵੀ ਅੰਦਰ ਵਾਲੇ ਦੀ ਗੱਲ ਕੀਤੀ ਹੁੰਦੀ ਹੈ ਨਾ ਸਮ ਦੇ ਨਾਲ, ਤਾਂ ਆਪਾਂ ਉਸ ਦਾ ਡਾਇਗਰਾਮ ਬਾਹਰ ਕੱਢ ਕੇ ਬਣਾਉਂਦੇ ਹੁੰਦੇ ਹਾਂ। ਠੀਕ ਹੈ, ਫਸਟ ਸੀ ਸਮ ਮੈਨ ਕੈਨ ਬੀ ਵੂਮੈਨ। ਦੇਖੋ ਸਮ ਮੈਨ ਕੈਨ ਬੀ ਵੂਮੈਨ, ਜਦੋਂ ਵੀ ਗੱਲ ਪੋਸੀਬਿਲਿਟੀ ਦੀ ਆਉਂਦੀ ਨਾ ਤਾਂ ਪੋਸੀਬਿਲਿਟੀ ਦੇ ਵਿੱਚ ਇਟ ਇਜ਼ ਪੋਸੀਬਲ ਜਾਂ ਉਹਨਾਂ ਨੇ ਮੈਂਸ਼ਨ ਕੀਤਾ ਹੁੰਦਾ ਕੈਨ, ਤਾਂ ਇੱਥੇ ਵੀ ਲਿਖਿਆ ਨਾ, ਜਾਂ ਮੀ ਮੈਂਸ਼ਨ ਕੀਤਾ ਹੁੰਦਾ, ਇੱਥੇ ਲਿਖਿਆ ਕੈਨ। ਕੈਨ ਮਤਲਬ ਪੋਸੀਬਿਲਿਟੀ ਹੈ। ਤੁਸੀਂ ਆਪ ਲੌਜੀਕਲੀ ਸੋਚੋ ਫਰੈਂਡਸ, ਜਦੋਂ ਮੈਂ ਕਹਿ ਰਿਹਾ ਕਿ ਮੇਰੇ ਕੋਲ ਕੁਝ ਕਿਡਸ ਹੈ ਜਿਹੜੇ ਉਹ ਮੈਨ ਹੈ, ਇਸ ਡਾਇਗਰਾਮ ਦੇ ਅਕੋਰਡਿੰਗ ਇਹ ਗੱਲ ਕਲੀਅਰ ਹੋਊਗੀ ਨਾ ਕਿ ਸਮ ਵੂਮੈਨ ਆਰ ਮੈਨ, ਦੈਨ ਇੱਥੇ ਪੋਸੀਬਿਲਿਟੀ ਦੀ ਤਾਂ ਗੱਲ ਹੀ ਨਹੀਂ ਰਹੀ। ਕਹਿੰਦਾ ਸਮ ਮੈਨ ਕੈਨ ਬੀ ਵੂਮੈਨ, ਸਮ ਮੈਨ ਕੈਨ ਬੀ ਵੂਮੈਨ ਤਾਂ ਹੋਊਗਾ ਨਾ ਅਗਰ ਪੋਸੀਬਿਲਿਟੀ ਹੋਏਗੀ। ਇਹ ਤਾਂ ਰਿਐਲਿਟੀ 'ਚ ਹੈ। ਜਿਹੜੀ ਚੀਜ਼ ਰਿਐਲਿਟੀ ਦੇ ਵਿੱਚ ਹੋਵੇ ਉਹ ਕਦੇ ਵੀ ਪੋਸੀਬਿਲਿਟੀ 'ਤੇ ਸਟੈਂਡ ਨਹੀਂ ਕਰਦੀ। ਇਹਦਾ ਮਤਲਬ ਆਹ ਕਨਕਲੂਜਨ ਹੈ ਜਿਹੜਾ ਮੇਰਾ ਫਸਟ ਹੈ ਉਹ ਗਲਤ ਹੁੰਦਾ ਹੈ। ਠੀਕ ਹੈ, ਸੈਕਿੰਡ ਨੋ ਮੈਨ ਆਰ ਬॉयਜ਼, ਨੋ ਮੈਨ ਆਰ ਬॉयਜ਼। ਹੁਣ ਮੈਨ ਤੇ ਬॉयਜ਼ ਦਾ ਆਪਸ 'ਚ ਕੋਈ ਰਿਲੇਸ਼ਨ ਹੀ ਨਹੀਂ ਦਿੱਤਾ, ਰਿਲੇਸ਼ਨ ਨਹੀਂ ਦਿੱਤਾ ਤਾਂ ਆਪਾਂ ਨਾ ਸਹੀ ਕਹਿ ਸਕਦੇ ਨਾ ਗਲਤ ਕਹਿ ਸਕਦੇ। ਅਗੇਨ ਇਹ ਵੀ ਰੋਂਗ ਹੋ ਗਿਆ। ਹੁਣ ਦੋਨੋਂ ਰੋਂਗ ਹੁੰਦੇ ਆ। ਜਦੋਂ ਦੋਨੋਂ ਰੋਂਗ ਹੁੰਦੇ ਹੋਣਗੇ ਤਾਂ ਆਪਾਂ ਆਪਸ਼ਨ ਨੰਬਰ ਡੀ ਟਿਕ ਕਰ ਦਿੰਦੇ ਹਾਂ। ਡੀ ਮਤਲਬ ਨਾਈਦਰ ਕਨਕਲੂਜਨ 1 ਔਰ ਨੋਰ ਕਨਕਲੂਜਨ 2 ਫੋਲੋਜ਼। ਤਾਂ ਫਸਟ ਕੁਐਸਚਨ ਹੈ, ਫਸਟ ਕੁਐਸਚਨ ਦਾ ਆਂਸਰ ਡੀ ਆਏਗਾ। ਆਪਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਅਗੇਨ ਮੈਂ ਤੁਹਾਨੂੰ 1 ਮਿੰਟ ਦਾ ਟਾਈਮ ਦਊਂਗਾ। ਯੂਅਰ ਟਾਈਮ ਸਟਾਰਟਸ ਨਾਓ।
ਤੁਹਾਡਾ ਟਾਈਮ ਕੰਪਲੀਟ ਹੁੰਦਾ फ्रेंड्स। क्वेश्चन सी नो येलो इज़ फ्लावर, तो जो ने कहा उस चीज़ ਨੂੰ ਆਪਾਂ ਬਣਾਉਂਦੇ ਜਾਂਦੇ ਆ। नो येलो इज़ फ्लावर कहता कोई भी येलो फ्लावर नहीं हैगा, फ्लावर नहीं हैगा। दैन नो येलो इज़ ग्रीन, कोई भी येलो है जिहड़ा आ येलो है वाई। नो येलो इज़ फ्लावर और नो येलो इज़ ग्रीन, कोई भी येलो ग्रीन नहीं हैगा। लेकिन सम अगों ने क्या, सम रेड आर ऑरेंज, सम ग्रीन आर रेड। नो येलो इज़ ग्रीन, नो येलो इज़ ग्रीन, तो कोई भी येलो है जिहड़ा वो ग्रीन भी नहीं हैगा, कोई भी येलो है जिहड़ा वो फ्लावर भी नहीं हैगा। ठीक है। नो येलो इज़ ऑरेंज, सॉरी मैं क्वेश्चन बाय मिस्टेक गलत रीड कर गया, आप इन दोबारा करते हैं। नो येलो इज़ ऑरेंज फर्स्ट है, नो येलो इज़ ऑरेंज। देन नो येलो इज़ ग्रीन, सम रेड आर ऑरेंज, सम ग्रीन आर रेड। हुण देखो नो येलो इज़ ग्रीन, कोई भी येलो ग्रीन भी नहीं हैगा, ओके। सम रेड आर ऑरेंज, सम रेड आर ऑरेंज, चलो ठीक है, सम रेड आर ऑरेंज। और उस तो बाद वो की कह रहा है, सम ग्रीन आर रेड। इहदा मतलब ग्रीन और रेड का एक कॉमन पार्ट ये दोनों है ना, ऑरेंज भी रेड है और ग्रीन भी रेड है, तो डायग्राम कुछ इस तरीके नाल बन जाएगा। आ रेड वाला आ गया, ठीक है। मतलब ये होया कि डायग्राम नूं आपां एवें ड्रॉ करता। हुण इन्हां दे आपां कनक्लूजन समझदे हां, ठीक है। फर्स्ट है नो येलो इज़ रेड, नो येलो इज़ रेड, नो येलो इज़ रेड। ध्यान नाल देखो कि ये सही है, नो येलो इज़ रेड। देखो नो येलो इज़ रेड तां सही होवे ना जे कोई लिंक बनता होवे। येलो तो रेड का तो आपस च रिलेशन ही नहीं है। देखो येलो तो रेड का आपस च कोई रिलेशन गिवन है, मेरे को कोई रिलेशन नहीं गिवन, नहीं गिवन, तो मैं की करूँगा, फस्ट जिहड़ा कनक्लूजन है इनू बिल्कुल रोंग कंसीडर करूँगा, ओके। मैं इनू रोंग करता। दैन सैकेंड, नो रेड बीइंग येलो इज़ ए पॉसिबिलिटी, नो रेड बीइंग येलो इज़ ए पॉसिबिलिटी। हुण देखो जदों ने क्या नो येलो इज़ रेड, मैं इनू रोंग किया, लेकिन उन्हें जो कहा ना नो रेड बीइंग येलो इज़ ए पॉसिबिलिटी, कहना कोई भी जिहड़ा रेड है वो येलो नहीं हैगा, की ये पॉसिबिलिटी है। हुण देखो कोई भी रेड जिहड़ा येलो नहीं हैगा, ये पॉसिबिलिटी तो हो सकती है ना, पॉसिबिलिटी तो हो सकती क्योंकि रिलेशन नहीं दिता। दैट इज़ द रीजन सैकेंड सही जाएगा। सैकेंड सही जाएगा तो इसका मतलब क्या होया, अपना आंसर की आ जाएगा, आंसर नंबर बी, मतलब ऑप्शन नंबर बी है जिहड़ा वो करैक्ट आंसर आएगा। हाँ जी क्वेश्चन नैक्सट करो, तुहाडा टाइम स्टार्ट होंदा है हुण। हाँ जी गाइज टाइम तो ओवर होंदा है। क्वेश्चन फिर सैलोग का ही सी, इन्हों आप डिस्कस करते हैं। फस्ट, नो एम पी इज़ एम एल ए, नो एम पी इज़ एम एल ए, ओके एम एल ए, ठीक है आप ड्रॉ करता। उस तो बाद सम प्रेजिडेंट आर एम एल ए, सम एम पी आर प्रेजिडेंट, सम प्रेजिडेंट आर एम एल ए एंड सम, एक इत्थे ना ध्यान देने वाली गल है थोड़ी जी, उन्हें गल कही है सम एम पी आर प्रेजिडेंट, ठीक है सम एम पी आर प्रेजिडेंट। दूसरी गल उन्हें कही है सम प्रेजिडेंट आर एम एल ए, इसका मतलब प्रेजिडेंट एम पी तो एम एल ए के नाल कॉमन बनेगा। कॉमन बनेगा तो मैं तुहानू डायग्राम बना के दिखा देना। डायग्राम बनेगा कुछ इस तरीके नाल, ध्यान नाल देखो।
अगर आप प्रेजिडेंट होवे तो सम MP आर प्रेजिडेंट, ठीक है, सम प्रेजिडेंट आर MLA, ठीक है। हुण कनक्लूजन चेक करते हैं। नो MLA आर MP इज़ ए पॉसिबिलिटी, नो MLA आर MP इज़ ए पॉसिबिलिटी। सर ये तो ऑलरेडी नहीं हैगा, क्योंकि नो MP इज़ MLA मतलब नो MLA इज़ MP, ये तो ऑलरेडी नहीं हैगा। आप उन्हें क्या है, अगर ऑलरेडी है ही नहीं तो उस चीज़ की पॉसिबिलिटी कितों आ गई, संभावना कितों आ गई, नहीं आ सकती। तो क्वेश्चन नंबर फर्स्ट है जोड़ा वो रोंग हो गया। ऑप्शन नंबर सैकेंड देख लो, ओनली ए प्यू MP में बी MLA, जदों है ही नहीं ओनली ए फ्यू कितों आ जाएगा, पॉसिबल ही नहीं हैगा, नहीं पॉसिबल हैगा, मतलब हो ही नहीं सकता क्योंकि है ही नहीं। तो फिर हो कितों जाएंगे, क्योंकि उन्हें आप ही कहना कोई भी MP MLA नहीं है, मतलब कोई भी MLA MP नहीं हैगा। जो है ही नहीं फिर ए फ्यू कितों हो जाएंगे, नहीं हो सकते, तो भी रोंग हो गया। अगर दोनों रोंग होए तो अपना आंसर क्या आएगा, अपना आंसर आ जाएगा ऑप्शन नंबर डी। नैक्सट क्वेश्चन देना अगेन साइलोग है गाइज, ध्यान नाल इनू अटैम्प्ट करो, टाइम थोड़ा स्टार्ट होंदा है। गाइस ਤੁਹਾਡਾ टाइम ओवर ਹੁੰਦਾ है। नो ट्रीज ब्रांच, नो ट्री इज ब्रांच, ओके। all leaf are branch, all leaf are branch, no leaf is flower, no leaf is flower, done, okay। ਹੁਣ ਕਨਕਲੂਜਨ ਚੈੱਕ ਕਰਦੇ ਹਾਂ। only a few flower are tree, only a few flower are tree, again I will change my marker, only again only a few flower are tree, कुछ हो सकती है, पता नहीं सर, ए फ्यू मतलब सम नूं आपां रीड करांगे, सम फ्लावर आर ट्री, नो फ्लावर इज ट्री, नो फ्लावर इज ट्री, रिमेंबर दैट। ये मैं गल हमेशा कहना ना, जो सम ते नो आ रहा हो, दोनों वेरीएबल सेम होन, दोनों सेम होन तो की कंडीशन लगती है, आइदर और, मतलब ऑप्शन नंबर 3, ऑप्शन नंबर 3 की है सी, तो आंसर क्या आ जाएगा, सी आ जाएगा, ठीक है जी। नैक्सट क्वेश्चन है, टाइम थोड़ा स्टार्ट होंदा है, करो अटैम्प्ट। गाइस टाइम तो ओवर होंदा है। all pen are ink, all pen are ink, okay। only a few pen are water, only a few pen are water, ठीक है, only a few pen are water, okay। all water is pencil, all water is
होल वाटर इज पेंसिल, और इत्थे की है पेन। ऑल कंक्लूजन चेक करते हैं। ऑल पेंसिल बीइंग इंक इज ए पॉसिबिलिटी। देखो ऑल पेंसिल बीइंग इंक इज ए पॉसिबिलिटी। देखो अगर कोई चीज़ सम हो रही है ना, तो जो कह दे ऑल भी हो सकती है पॉसिबिलिटी, तो तुसी कहोगे हाँ जी सर हो सकती है। उन्हें गल कही सी ऑल पेंसिल बीइंग इंक इज ए पॉसिबिलिटी। अगर सम हो रही है ना तो ऑल भी हो सकती है, तो मतलब पॉसिबिलिटी के अकॉर्डिंग ऑप्शन नंबर फर्स्ट अपने बिल्कुल ठीक है। सम पेंसिल आर पेन, सम पेंसिल आर पेन तो सर वैसे भी सही है, सही है, तो ऑप्शन नंबर 2 भी करेक्ट हो गया। तो दोनों सही है, तो अपना आंसर क्या आएगा ई, मतलब ऑप्शन नंबर 5। ठीक है, ये 5 सलोक सी। हुण गाइस जो मैं तुहानूं अगला क्वेश्चन देन जा रहा ना, नैक्सट क्वेश्चन थोड़ा जिहा लैवल दा है, एक्चुअल च पजल है। तुहाडे चों कई स्टूडेंट अजे होणगे जिन्हां नूं पजल च इंटरस्ट बड़ा होएगा। फ्रेंकली कहां, दिस इज़ माई चैलेंज, तुसी ये पजल विदिन 4 मिनट बना के दिखाओ। विदिन 4 मिनट, जो क्वेश्चन शुरू होएगा मैं तुहानूं नाल दी नाल टाइमर दस दूंगा। 4 मिनट लिए मैं बिल्कुल शांत रहूँगा, उस तो बाद मैं इनू एक्सप्लेन करूँगा। तुसी एक मैनू 4 मिनट दे विच बना के दसना, मैं पूरी डिटेल च एक्सप्लेन करूँगा। तो अपना जिहड़ा क्वेश्चन शुरू करदे हां, तुहाडा टाइमर स्टार्ट हुंदा है हुण, करो जी। गाइस ध्यान नाल अटैम्प्ट करना है। इस क्वेश्चन ਨੂੰ अटैम्प्ट ਕਰਨ ਦਾ ਬੈਸਟ ਵੇ ਇਹ ਹੈ, ਤੁਸੀਂ ਮੰਡੇ ਟਿਊਜ਼ਡੇ ਵੈਡਨਸਡੇ ਇੱਕ ਸਾਈਡ ਤੇ ਲਿਖ ਲਓ, ਔਰ ਨਾਲ ਦੀ ਨਾਲ ਹੈ ਉਸ ਪਰਸਨ ਦੀ ਹੈ ਜਿਹੜੀ ਉਹ ਏਜ ਫਾਈਂਡ ਆਊਟ ਕਰਕੇ ਲਿਖ ਲਓ ਕਿ ਇੱਕ ਦੀ ਕਿੰਨੀ ਆ ਰਹੀ ਹੈ 1966 ਤੋਂ 2019 ਦੇ ਹਿਸਾਬ ਨਾਲ, ਜਾਂ 1972 ਤੋਂ 2019 ਦੇ ਹਿਸਾਬ ਨਾਲ। ਟਰਾਈ ਕਰੋ। हाँ जी, ट्राई करते रहो।
थोड़ा जिहा लैवल दा जरूर है बट बन जाएगा, मैनू पता है बड़े आराम नाल बन जाएगा, ट्राई करते रहो बस। 3.5 मिनट हो चुके हैं, मैं तेनों 1 मिनट होर दे देना, 4.5 मिनट दे देना पूरे। ਤੁਹਾਡਾ ਟਾਈਮ ਕੰਪਲੀਟ ਹੁੰਦਾ ਜੀ, 4.5 ਮਿੰਟ ਹੋ ਚੁੱਕੇ ਆ। ਫਸਟ ਆਫ ਆਲ ਕੁਐਸਚਨ ਦੀ ਸਟੇਟਮੈਂਟ ਨੂੰ ਧਿਆਨ ਨਾਲ ਮੇਰੇ ਨਾਲ ਸਮਝੋ। ਹਾਂਜੀ ਗਾਇਸ, ਤੁਹਾਨੂੰ ਇਸ ਕੁਐਸਚਨ ਲਈ ਸਫੀਸ਼ੀਐਂਟ ਟਾਈਮ ਮਿਲ ਚੁੱਕਾ। ਮੈਂ ਕੁਐਸਚਨ ਨੂੰ ਕਰਾਉਣਾ ਸ਼ੁਰੂ ਕਰਦਾ। 7 people 2 4 6 and 8। ਇੱਕ ਗੱਲ ਹੁਣ ਇੱਥੇ ਮੇਨ ਗੱਲ ਹੈ ਜੋ ਕਨਫਿਊਜ਼ਨ ਵਾਲੀ, एग्जामिनर ने की किया नंबर ऑफ परसन लिखते 8 जिन्हां चों 7 जाणगे और ये क्लीयर नहीं किया भी किहड़ा नहीं जाएगा। लेकिन जदों तुसीं डायग्राम नूं ध्यान नाल बनाओगे ना तो जिहड़ा एक ओ परसन है ना वो इन्हां दे विच काउंट नहीं करना आपां, ठीक है। बिना ओ तो ही डायग्राम आपां बनाउणा है। थोड़ा जिहा कन्फ्यूजन उन्हें आप ही क्रिएट की है क्वेश्चन दे विच, लेकिन बड़े आराम नाल है जिहड़ा डायग्राम वो बन रहा है, ठीक है। मैं फस्ट ऑफ ऑल इस क्वेश्चन ਨੂੰ ਸੋਲਵ ਕਰਨ ਦੇ ਲਈ ਸਭ ਤੋਂ ਪਹਿਲਾ ਕੰਮ ਆਪਾਂ ਇਹ ਕਰਾਂਗੇ ਕਿ ਜਿਹੜੇ ਜਿਹੜੇ ਪਰਸਨ ਗਿਵਨ ਹੈ ਨਾ ਉਹਨਾਂ ਦੀ ਏਜ ਆਪਾਂ ਨਾਲ ਨਾਲ ਲਿਖ ਲਾਂਗੇ। ਤਾਂ ਆਪਾਂ ਨੈਕਸਟ ਸਲਾਈਡ ਤੇ ਇਹਨੂੰ ਸਮਝਦੇ ਹਾਂ, ਪਲੇਨ ਸਲਾਈਡ ਤੇ। ਪਹਿਲੇ ਨੰਬਰ ਤੇ ਨੰਬਰ ਆਫ ਪਰਸਨ ਕਿਹੜੇ ਕਿਹੜੇ ਆਪਾਂ ਸਾਰੇ ਉਹਨਾਂ ਦੇ ਨਾਂ ਲਿਖ ਲੈਂਦੇ ਆ, KLM NXYZ। KLM NXY ਤੇ Z 4 परसन है, 4 ते 3 7 परसन हो गए। तुसीं ओनू नहीं काउंट करोगे क्योंकि मैनू पता है मैं इस डायग्राम नू बना चुका, तो तुहाडे लई ईजी हो जाऊगा। फिर उन्हें ये गल कही है मंडे तो लैके संडे तक, मंडे ट्यूसडे वैडनसडे थर्सडे फ्राइडे सैटरडे ते संडे, ठीक है। ये दिते हुए है डेज दिते हुए है, तो जिमें जिमें अपने कोल दिते हैं उवें उवें आपां इन्हां डेज के हिसाब नाल है जिहड़े नंबर ऑफ परसन है उन्होंने असाइन करते जावांगे कि वो क्लीनिंग ते कदों कदों जाते हैं, ठीक है। ओके ओके ठीक है, चलो बस हो गई शुरू। हुण एक गल देखो, पहली गल ਜਿਹੜੇ ਜਿਹੜੇ परसन दिते हैं ना उन्होंने 66 तो लैके 66 72 74 82 87 94 ਤੇ 99 उन्होंने ना उम्र लिख लो भी किन्नी किन्नी उम्र आएगी। जिमें जिनका जन्म 1966 च होया है ना, तो जिसका जन्म 1999 च होया, सारियां दी उम्र लिख लैंदे आ। पहले का जन्म 66 च, फिर 72 च, फिर अगले का जन्म है जिहड़ा वो 74 च होया, दैन 82, दैन उस तो बाद 87, दैन 94, दैन 99, ठीक है। जिसका जन्म 66 च होया 2019 के हिसाब नाल गाइज आपां देखना है 2019 के हिसाब नाल। हुण जिंदा जन्म 66 च होया उनकी उम्र कितनी होएगी, सब तो बड़ा होएगा 53 साल का। उस तो बाद जिंदा जन्म 72 च होया उनकी उम्र होगी 47 साल। जिंदा जन्म 74 च होया 74 है जी। जिंदा जन्म 74 च होया उनकी उम्र होगी 45 साल। जिंदा जन्म 82 च होया उनकी उम्र होगी 37 साल। 87 वाले की 32 साल। 94 वाले की 19-25 साल। तो 99 वाले की उम्र की होगी, सब तो छोटा होगा जो, उनकी उम्र होगी 20 साल, ठीक है। उनकी उम्र आऊगी 99 वाले की 20 साल। हुण आपां क्वेश्चन नूं रीड करना शुरू करते हैं नाल नाल। ओनली 2 people went to clinic between M and N। M ਤੇ N ਦੇ ਵਿੱਚ ਸਿਰਫ 2 ਹੀ ਬੰਦੇ ਕਲੀਨਿਕ 'ਚ ਜਾਂਦੇ ਹੈ। ਜੋ ਜੋ ਗੱਲ ਕਹੀ ਜਾਊਗਾ ਮੈਂ ਉਸ ਨੂੰ ਸਾਈਡ ਤੇ ਤਰੀਕੇ ਦੇ ਨਾਲ ਲਿਖੀ ਜਾਊਂਗਾ।
मैं क्या M ਤੇ N ਦੇ ਵਿੱਚ ਸਿਰਫ 2 ਹੀ ਬੰਦੇ ਆ ਜਿਹੜੇ ਕਲੀਨਿਕ ਤੇ ਜਾਂਦੇ ਆ। ਓਕੇ, ਉਸ ਤੋਂ ਬਾਅਦ K ਇਜ਼ ਦਾ ਐਲਡੈਸਟ ਪਰਸਨ। K ਸਭ ਤੋਂ ਵੱਡਾ ਹੈ, ਇਹਦਾ ਮਤਲਬ ਜਿਹੜਾ 66 ਸਾਲ ਵਾਲਾ ਪਰਸਨ ਹੈ, ਇਹ ਵਾਲਾ ਜਿਹੜਾ 66 'ਚ ਜਨਮ ਹੋਇਆ 53 ਸਾਲ ਵਾਲਾ, ਇਹ K ਆ ਗਿਆ। ਓਕੇ, ਆਪਾਂ ਲਿਖ ਲਿਆ, ਆਪਾਂ ਇਹਨੂੰ ਬਲੈਕ ਮਾਰਕਰ ਨਾਲ ਲਿਖਦੇ ਹਾਂ। ਉਸ ਤੋਂ ਬਾਅਦ ਦੇਖੋ ਡਿਫਰੈਂਸ ਬਿਟਵੀਨ ਦਾ ਏਜ ਆਫ M ਐਂਡ L ਇਜ਼ 10 ਈਅਰ। M ਤੇ L ਦੀ ਉਮਰ ਦੇ ਵਿੱਚ ਡਿਫਰੈਂਸ ਹੈ ਜਿਹੜਾ ਉਹ 10 ਸਾਲਾਂ ਦਾ ਹੈ। M ਤੇ L ਡਿਫਰੈਂਸ ਕਿੰਨਾ ਹੈ? 10 ਸਾਲਾਂ ਦਾ ਗਿਵਨ ਹੈ। ਠੀਕ ਹੈ, ਓਕੇ। ਦੈਨ K goes to clinic after Y but before X। K ਹੈ ਜਿਹੜਾ ਉਹ ਕਲੀਨਿਕ ਆਫਟਰ Y ਜਾਂਦਾ ਹੈ। K ਹੈ ਜਿਹੜਾ ਉਹ ਕਲੀਨਿਕ ਆਫਟਰ Y ਜਾਂਦਾ ਹੈ ਬਟ X ਤੋਂ ਪਹਿਲਾਂ ਜਾਂਦਾ ਹੈ। ਲਿਖ ਲਿਆ ਆਪਾਂ, ਜੋ ਜੋ ਹਿੰਟ ਦਿੰਦਾ ਹੈ ਨਾ ਉਹ ਪਜ਼ਲ ਚੋਂ ਲਿਖੀ ਜਾਓ ਬਸ। ਉਸ ਤੋਂ ਬਾਅਦ N's age is less than 30 but not the youngest। ਇੱਥੋਂ ਗੱਲ ਬਣਨੀ ਸ਼ੁਰੂ ਹੋਏਗੀ। N's age is less than 30 but not the youngest। ਜਿਹੜੀ N ਦੀ ਏਜ ਹੈ ਉਹ 30 ਸਾਲ ਤੋਂ ਤਾਂ ਘੱਟ ਹੈ ਬਟ ਉਹ ਸਭ ਤੋਂ ਛੋਟਾ ਨਹੀਂ ਹੈਗਾ। ਹੁਣ ਆਪ ਸੋਚੋ 30 ਸਾਲ ਤੋਂ ਘੱਟ ਵਾਲੇ 25 ਤੇ 20 ਸਾਲ ਦੇ ਦੋ ਹੀ ਬੰਦੇ ਆ। 20 ਸਾਲ ਦਾ ਤਾਂ N ਹੋ ਨਹੀਂ ਸਕਦਾ, ਤੇ N ਕਿੰਨੇ ਦਾ ਹੋ ਗਿਆ? 25 ਸਾਲ ਦਾ। ਤਾਂ ਮੈਂ ਇੱਥੇ ਲਿਖ ਦਿੰਦਾ ਇਹਦੇ ਸਾਹਮਣੇ N ਦੇ ਸਾਹਮਣੇ ਕਿ N ਦੀ ਉਮਰ ਹੈ ਜਿਹੜੀ NG ਦੀ ਉਮਰ ਕਿੰਨੀ ਆ ਗਈ? ਉਹ ਆ ਗਈ 25 ਸਾਲ। ਜੋ ਉਹਨੇ ਗੱਲ ਕਹੀ ਸੀ ਆਪਾਂ ਲਿਖਤੀ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਚੀਜ਼ X ਇਜ਼ ਯੰਗਰ ਦੈਨ Z। ਜਿਹੜਾ X ਹੈ ਉਹ Z ਤੋਂ ਛੋਟਾ ਹੈ। X ਇਜ਼ ਯੰਗਰ ਦੈਨ Z, ਤਾਂ ਆਪਾਂ ਇੱਥੇ ਵੀ ਲਿਖ ਲੈਂਦੇ ਹਾਂ। Z ਤੋਂ ਛੋਟਾ ਕੌਣ ਹੈ? X ਹੈ। ਯਾਦ ਰੱਖਿਓ ਪਜ਼ਲ ਬਣਾਉਣ ਦੇ ਟਾਈਮ ਜੋ ਨਿੱਕੀ ਤੋਂ ਨਿੱਕੀ ਸਟੇਟਮੈਂਟ ਕਹੀ ਗਈ ਹੈ ਨਾ ਉਹਨੂੰ ਲਿਖੀ ਜਾਓ। ਉਸ ਤੋਂ ਬਾਅਦ ਐਲਡੈਸਟ ਪਰਸਨ ਵੈਂਟ ਟੂ ਕਲੀਨਿਕ ਔਨ ਵੈਡਨਸਡੇ। ਐਲਡੈਸਟ ਪਰਸਨ ਹੈ ਜਿਹੜਾ ਉਹ ਵੈਡਨਸਡੇ ਨੂੰ ਗਿਆ। ਤਾਂ ਕੌਣ ਗਿਆ ਵੈਡਨਸਡੇ ਨੂੰ? ਵੈਡਨਸਡੇ ਨੂੰ ਗਿਆ K। ਹੁਣ K ਤੋਂ ਪਹਿਲਾਂ Y ਨੇ ਆਉਣਾ ਹੈ, ਤਾਂ ਇੱਥੇ ਜਾਂ ਇੱਥੇ ਉੱਪਰ ਇਹਨਾਂ ਦੋਵਾਂ ਤੋਂ ਮੰਡੇ ਟਿਊਜ਼ਡੇ Y ਆਏਗਾ। ਹੁਣੇ ਕਲੀਅਰ ਹੋ ਜਾਏਗਾ 1 ਮਿੰਟ ਦੇ ਵਿੱਚ। ਦਾ ਡਿਫਰੈਂਸ ਬਿਟਵੀਨ ਦਾ ਏਜ ਆਫ N ਐਂਡ ਪਰਸਨ ਵੈਂਟ ਟੂ ਕਲੀਨਿਕ ਔਨ। ਹਾਂਜੀ, ਅੱਗੋਂ ਦੇਖੋ। ਉਸ ਤੋਂ ਬਾਅਦ ਉਹਨੇ ਕਿਹਾ 2 people went to clinic between M and L। M ਤੇ L ਦੇ ਵਿੱਚ 2 ਬੰਦੇ ਆ ਜਿਹੜੇ ਕਲੀਨਿਕ 'ਚ ਜਾਂਦੇ ਆ। M ਤੇ L ਦੇ ਵਿੱਚ 2 ਬੰਦੇ ਆ ਜਿਹੜੇ ਕਲੀਨਿਕ 'ਚ ਜਾਂਦੇ ਆ। ਜਿਵੇਂ M ਤੇ N 'ਚ ਜਾਂਦੇ ਸੀ ਉਵੇਂ M ਤੇ L ਦੇ ਵਿੱਚ 2 ਪਰਸਨ ਆ ਜਿਹੜੇ ਕਲੀਨਿਕ 'ਚ ਜਾਣਗੇ। M ਤੇ L ਦੇ ਵਿੱਚ 2 ਪਰਸਨ ਆ ਜਿਹੜੇ ਕਲੀਨਿਕ ਦੇ ਵਿੱਚ ਜਾਣਗੇ। ਠੀਕ ਹੈ, ਉਸ ਤੋਂ ਬਾਅਦ M is 4th eldest as well as 4th youngest। M ਹੈ ਜਿਹੜਾ 4th eldest ਹੈ ਤਾਂ 4th youngest ਹੈ। 1st eldest, 2nd, 3rd ਤੇ 4th। ਤੇ M ਦੀ ਉਮਰ ਕਿੰਨੀ ਆ ਗਈ? 37 ਸਾਲ ਆ ਗਈ। ਹੁਣ ਬਣ ਗਿਆ M ਦੀ ਉਮਰ 37 ਸਾਲ ਹੈ। M ਤੇ L ਦੇ ਵਿੱਚ ਡਿਫਰੈਂਸ 10 ਸਾਲ ਹੈ, ਤੇ ਇਹਦਾ ਮਤਲਬ L ਦੀ ਉਮਰ ਕਿੰਨੀ ਆ ਜਾਏਗੀ? 47 ਸਾਲ ਆ ਜਾਏਗੀ। M ਦੀ ਉਮਰ 37 ਹੈ, L ਦੀ ਉਮਰ ਕਿੰਨੀ ਹੋ ਗਈ? 47। ਠੀਕ ਹੈ, ਉਸ ਤੋਂ ਬਾਅਦ ਨੈਕਸਟ ਚੀਜ਼ M is 4th eldest, ਇਹ ਹੋ ਗਿਆ। M went to clinic after N। ਹੁਣ ਦੇਖੋ M ਹੈ ਜਿਹੜਾ ਉਹ N ਤੋਂ ਬਾਅਦ ਜਾਂਦਾ ਹੈ, ਤੇ M ਤੇ L ਦੇ ਵਿੱਚ ਵੀ 2 ਪਰਸਨ ਹੈ। ਹੁਣ ਆਪਾਂ ਇਹਨੂੰ ਫਿਲ ਕਰਨਾ, ਤਾਂ ਮੈਂ ਕੀ ਕਰਦਾ, ਇੱਕ ਵਾਰੀ ਲੈ ਕੇ ਚੱਲਦਾ। N ਇੱਥੇ 1 2, M ਇੱਥੇ 1 2, ਲਾਸਟ ਤੇ ਆ ਗਿਆ L, ਕਿਉਂਕਿ ਹੋਰ ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ ਬਚਦੀ ਸੀ। ਤੇ ਇਸ ਕਰਕੇ ਮੈਂ ਇਹਨੂੰ ਬਣਾਤਾ M ਤੇ N 'ਚ 2 ਬੰਦੇ ਆ, M ਤੇ L 'ਚ 2 ਬੰਦੇ ਆ, ਬਣਾਤੀ ਆਪਾਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੂੰ ਦਿੱਤਾ ਹੋਇਆ ਜਿਹੜਾ N ਹੈ ਉਹਦੀ ਉਮਰ ਕਿੰਨੀ ਹੈ? 25 ਸਾਲ ਹੈ। ਆਪਾਂ ਇੱਥੇ ਇਹ ਵੀ ਫਿਲ ਕਰਤਾ। ਉਸ ਤੋਂ ਬਾਅਦ L ਦੀ ਉਮਰ ਕਿੰਨੀ ਹੈ? ਹੁਣੇ ਆਪਾਂ ਫਾਈਂਡ ਆਊਟ ਕੀਤੀ ਹੈ। L ਦੀ ਉਮਰ ਕਿੰਨੀ ਹੈ? 47 ਸਾਲ। ਆਪਾਂ ਇੱਥੇ ਇਹ ਵੀ ਫਿਲ ਕਰਤਾ। ਠੀਕ ਹੈ, ਹੁਣ ਆਪਣੇ ਕੋਲ ਬਚਿਆ ਕੀ? ਜੋ ਅੱਗੋਂ ਪੈਂਡਿੰਗ ਹੈ ਆਪਾਂ ਉਹਨੂੰ ਲਿਖ ਲੈਂਦੇ ਹਾਂ। X ਕਹਿੰਦਾ ਫਰਾਈਡੇ ਨੂੰ ਨਹੀਂ ਜਾਂਦਾ। X ਫਰਾਈਡੇ ਨੂੰ ਨਹੀਂ ਜਾਂਦਾ। ਫਰਾਈਡੇ ਨੂੰ ਨਹੀਂ ਜਾਂਦਾ ਤਾਂ ਆਪਾਂ ਇੱਥੇ X ਲਿਖ ਕੇ ਫਰਾਈਡੇ ਦੇ ਸਾਹਮਣੇ ਇੱਥੇ ਆਪਾਂ ਲਾ ਦਿੰਦੇ ਹਾਂ ਕਾਂਟਾ, ਕਰੋਸ ਲਾਤਾ। X ਵੀ ਫਰਾਈਡੇ ਨੂੰ ਜਾਂਦਾ ਹੀ ਨਹੀਂ। ਹੁਣ ਉਹਨੇ ਇੱਕ ਗੱਲ ਕਹੀ ਸੀ, ਦੇਖੋ K ਤੋਂ ਪਹਿਲਾਂ Y ਜਾਂਦਾ ਹੈ। ਮੈਂ ਤੁਹਾਨੂੰ ਸਟਾਰਟਿੰਗ 'ਚ ਕਿਹਾ ਸੀ ਨਾ ਵੀ ਇੱਥੇ ਆਪਾਂ ਲਿਖਾਂਗੇ K ਤੋਂ ਪਹਿਲਾਂ ਕੌਣ ਜਾਏਗਾ? Y ਜਾਏਗਾ। ਠੀਕ ਹੈ, ਉਸ ਤੋਂ ਬਾਅਦ X ਫਰਾਈਡੇ ਨੂੰ ਨਹੀਂ ਜਾਂਦਾ ਤਾਂ X ਕਦੋਂ ਜਾਏਗਾ? X ਜਾਏਗਾ ਸੈਟਰਡੇ ਨੂੰ ਚਲਾ ਜਾਏਗਾ। ਰਹਿ ਕਿਹੜਾ ਪਰਸਨ ਗਿਆ? ਤਾਂ ਮੈਨੂੰ ਤੁਹਾਨੂੰ ਸਟਾਰਟਿੰਗ 'ਚ ਕਿਹਾ ਸੀ ਵੀ ਆਪਾਂ ਇਹ ਕੁਐਸਚਨ ਤੋਂ ਕਲੀਅਰ ਹੋ ਜਾਏਗਾ। ਦੇਖੋ ਉਹਦਾ ਜ਼ਿਕਰ ਨਹੀਂ ਨਾ ਹੋਇਆ, ਤਾਂ ਉਹਦਾ ਜ਼ਿਕਰ ਨਹੀਂ ਹੋਇਆ, ਜਸਟ ਉਹਨੇ ਕਨਫਿਊਜ਼ ਕਰਨ ਨੂੰ ਦਿੱਤਾ ਹੈ। ਤਾਂ ਇੱਥੇ ਕੌਣ ਰਹਿ ਗਿਆ? ਉਹ ਨਹੀਂ ਆਪਾਂ ਯੂਜ਼ ਕਰਨਾ, ਆਪਾਂ Z ਯੂਜ਼ ਕਰਾਂਗੇ। ਇੱਥੇ ਆ ਗਿਆ Z, ਤਾਂ ਬਣ ਕੀ ਗਿਆ? NYK MZXL। ਪਹਿਲੀ ਗੱਲ ਤਾਂ ਤੁਸੀਂ ਆਪਦਾ ਇਹ ਮੈਚ ਕਰ ਲਓ। ਉਸ ਤੋਂ ਬਾਅਦ ਉਹਨਾਂ ਦੀਆਂ ਏਜ ਆਪਾਂ ਜਿਹੜੀਆਂ ਫਿਲ ਕਰਨੀਆਂ। ਹੁਣ ਦੇਖੋ
ਆਪਾਂ ਨੂੰ ਪਤਾ ਹੈ ਐਲ ਦੀ ਉਮਰ 47 ਸਾਲ ਹੈ ਤੇ ਐਮ ਦੀ ਉਮਰ 37 ਸਾਲ ਹੈ, ਤਾਂ ਆਪਾਂ ਐਮ ਦੀ ਉਮਰ ਫਿਲ ਕਰ ਲੈਂਦੇ ਹਾਂ। ਓਕੇ, ਹੋ ਗਈ ਫਿਲ 37 ਸਾਲ। ਉਸ ਤੋਂ ਬਾਅਦ ਜੈਡ ਹੈ ਜਿਹੜਾ ਉਹ ਐਕਸ ਤੋਂ ਵੱਡਾ ਹੈ, ਜੈਡ ਹੈ ਜਿਹੜਾ ਉਹ ਐਕਸ ਤੋਂ ਵੱਡਾ ਹੈ, ਆਪਾਂ ਕਰਦੇ ਹਾਂ। ਲੇਕਿਨ ਉਸ ਤੋਂ ਪਹਿਲਾਂ ਆਪਾਂ ਕੇ ਦੀ ਉਮਰ ਫਾਈਂਡ ਆਊਟ ਕਰਦੇ ਹਾਂ। ਆਪਾਂ ਨੂੰ ਕੋਈ ਨਾ ਕੋਈ ਹਿੰਟ ਜ਼ਰੂਰ ਮਿਲਿਆ ਆਏਗਾ ਕੇ ਦੀ ਉਮਰ ਦੇ ਰਿਗਾਰਡਿੰਗ, ਠੀਕ ਹੈ। ਹਾਂਜੀ, ਕੇ ਇਜ਼ ਐਲਡੈਸਟ ਪਰਸਨ, ਸਭ ਤੋਂ ਵੱਡਾ ਹਿੰਟ ਇਸੇ ਬਾਰੇ ਤਾਂ ਸੀਗਾ ਵੀ ਕੇ ਇੱਕ ਐਲਡੈਸਟ ਪਰਸਨ ਹੈ। ਐਲਡੈਸਟ ਪਰਸਨ ਹੈ ਤਾਂ ਐਲਡੈਸਟ ਉਮਰ ਦੀ ਪਰਸਨ ਦੀ ਉਮਰ ਕਿੰਨੀ ਹੋਗੀ? 53 ਸਾਲ। ਹੁਣ ਜਿਹੜਾ ਜੈਡ ਹੈ ਉਹ ਐਕਸ ਤੋਂ ਵੱਡਾ ਹੈ, ਇਹਦਾ ਮਤਲਬ ਬਚੀ ਕਿਹੜੀ ਕਿਹੜੀ ਉਮਰ ਹੈ ਆਪਣੇ ਕੋਲ? ਉਮਰ ਬਚੀ ਇੱਕ ਤਾਂ 45 ਸਾਲ, ਇੱਕ ਬਚੀ ਹੈ 32 ਸਾਲ, ਇੱਕ ਬਚੀ ਹੈ 45 ਸਾਲ, ਇੱਕ ਬਚੀ ਹੈ 32 ਸਾਲ। ਆਹ ਤੁਹਾਡਾ ਅਰੇਂਜਮੈਂਟ ਕੰਪਲੀਟ ਹੁੰਦਾ ਜੀ, ਠੀਕ ਹੈ। ਮੈਂ ਪੂਰਾ ਤਸੱਲੀ ਦੇ ਨਾਲ ਇਹਨੂੰ ਤਰੀਕੇ ਦੇ ਨਾਲ ਪੂਰਾ ਐਕਸਪਲੇਨ ਕੀਤਾ ਜਿੰਨਾ ਮੈਂ ਮੈਕਸੀਮਮ ਕਰ ਸਕਦਾ ਸੀ। ਤੁਸੀਂ ਪਲੀਜ਼ ਇਸ ਨੂੰ ਚੰਗੀ ਤਰ੍ਹਾਂ ਆਪ ਜਿਹੜਾ ਉਹ ਐਨਾਲਾਈਜ਼ ਕਰਕੇ ਦੇਖਿਓ। ਆਪਾਂ ਕੁਐਸਚਨ ਤੇ ਮੂਵ ਕਰਦੇ ਹਾਂ। ਫਸਟ ਕੁਐਸਚਨ ਕੀ ਕਹਿੰਦਾ? ਹੂ ਮੰਗ ਦਾ ਫੋਲੋਇੰਗ ਗੋਜ਼ ਟੂ ਕਲੀਨਿਕ ਔਨ ਫਰਾਈਡੇ। ਫਰਾਈਡੇ ਨੂੰ ਕੌਣ ਜਾ ਰਿਹਾ? ਜੈਡ ਜਾ ਰਿਹਾ, ਤਾਂ ਫਰਾਈਡੇ ਨੂੰ ਕੌਣ ਚਲਾ ਗਿਆ? ਜੈਡ ਚਲਾ ਗਿਆ, ਠੀਕ ਹੈ। ਸੈਕਿੰਡ ਹੈ ਕੁਐਸਚਨ ਅਗਲਾ, ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਦਾ ਏਜ ਆਫ ਵਾਈ ਐਂਡ ਐਮ। ਵਾਈ ਤੇ ਐਮ ਦੀ ਏਜ ਦੇ ਵਿੱਚ ਡਿਫਰੈਂਸ ਕੀ ਹੈ? ਵਾਈ ਦੀ 20 ਸਾਲ ਹੈ, ਐਮ ਦੀ 37 ਸਾਲ ਹੈ, ਤਾਂ ਕਿੰਨਾ ਡਿਫਰੈਂਸ ਹੋ ਗਿਆ? ਆਪਣੇ ਕੋਲ ਆ ਗਿਆ ਆਪਸ਼ਨ ਨੰਬਰ ਈ, ਕਿੰਨਾ ਡਿਫਰੈਂਸ ਹੋ ਗਿਆ? 17 ਸਾਲ। ਨੈਕਸਟ ਹੈ if all the person are made to arrange in alphabetically order from Monday to Sunday, then who among the following will be born in 1982 with respect to the remain unaltered। ਤੁਸੀਂ ਇਹ ਚੈੱਕ ਕਰਨਾ ਵੀ ਜੇਕਰ ਸਾਰੇ ਪਰਸਨ ਹੈ ਜਿਹੜੇ ਮੰਡੇ ਟੂ ਸੰਡੇ ਤੱਕ ਅਲਫਾਬੈਟਿਕਲੀ ਅਰੇਂਜ ਕਰ ਦਿੱਤੇ ਜਾਣ, ਠੀਕ ਹੈ। ਆਪਾਂ ਕੀ ਕਰਦੇ ਹਾਂ, ਮੰਡੇ ਤੋਂ ਸੰਡੇ ਤੱਕ ਅਲਫਾਬੈਟਿਕਲੀ ਅਰੇਂਜ ਕਰਕੇ ਆਪਾਂ ਦੇਖਦੇ ਹਾਂ। ਤਾਂ ਮੰਡੇ ਤੋਂ ਸੰਡੇ ਤੱਕ ਆਪਾਂ ਅਲਫਾਬੈਟਿਕਲੀ ਅਰੇਂਜ ਕਰਦੇ ਹਾਂ। फस्ट है के, फिर आया एल, फिर आया एम, फिर आया एन, फिर आया एक्स, फिर आया वाई, फिर आया जेड। उन्होंने जो क्वेश्चन पूछे सी वो देख लो। दैन हू मंग द फॉलोइंग विल बी बोर्न इन 1982। हुण देखो पहला 1982 वाला मतलब 37 साल वाला कौन आया? 37 साल वाला कौन आ गया? 37 साल वाला आया एन, जिहड़ा कि थर्सडे नूं बैठा है। उन्हें पूछा की है जे बाकी परसन अनचेंज रहन तो आंसर की आएगा? फिर ऑप्शन नंबर बी अपना आंसर आ जाएगा एन। नैक्सट, वट कुड बी द पॉसीबल एज ऑफ एक्स। तो डायग्राम के अकॉर्डिंग अगेन देख लो, एक्स की पॉसीबल एज की हो सकेगी? तो एक्स की जी पॉसीबल एज है वो कितनी होएगी? 32 साल जी एक्स की पॉसीबल एज हो जाएगी, ठीक है। ऑप्शन नंबर ए बिल्कुल करैक्ट आ जाएगा। लास्ट क्वेश्चन, हाउ मैनी परसन वर बोर्न बिटवीन एल एंड वाई। एल ते वाई दे विच किन्ने परसन हैं जिन्हां ने जन्म लिया है? एल ते वाई देखो, एल ते वाई 1 के 2 एम 3 ते 4, मतलब 4 परसन बन रहे हैं। 4 परसन बन रही है, तो ऑप्शन नंबर डी अपना जिहड़ा बिल्कुल करैक्ट आंसर आ गया। ये सी जी तुहाडा पजल। थोड़ा जिहा पजल टाइम कंज्यूमिंग जरूर सी, आई एग्री, बट अगर इनू मैं तुहानूं 4 मिनट दिते सी तो उहदे पिछे सिंपल जिहा रीजन ये सी भी आई वांट टू जस्ट टेस्ट योर एबिलिटी, ठीक है जी। थैंक यू सो मच इस वीडियो नूं देखण दे लई। वीडियो अच्छी लगी होवे तां शेयर जरूर करियो। थैंक्स अ लॉट।